ਐਂਟੀਪਲੇਟਲੈਟ ਏਜੰਟਸ ਜਿਹੜੇ ਐਂਟੀਪਲੇਟਲੈਟ ਏਜੰਟਸ ਆ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਉਂਦੀ ਹੈ ਏਐਸਏ ਨੂੰ ਆਪਾਂ ਐਸੀਟਾਈਲ ਸੈਲਿਕ ਐਸਿਡ ਵੀ ਕਹਿੰਦੇ ਆ ਤੇ ਐਸਪਰਿਨ ਵੀ ਕਹਿੰਦੇ ਆ। ਇਹ ਕਾਹਦੀ ਕਲਾਸੀਫਿਕੇਸ਼ਨ ਹੁੰਦੀ ਹੈ ਜਿਹੜੀ ਏਐਸਏ, ਇਹ ਕਲਾਸੀਫਾਈਡ ਕੀਤੀ ਜਾਂਦੀ ਹੈ ਐਂਟੀਪਲੇਟਲੈਟ ਡਰਗ ਦੇ ਤੌਰ ਤੇ ਜਾਂ ਨੌਨ ਨਾਰਕੋਟਿਕ ਅਨਾਲਜੈਸਿਕ ਵੀ ਹੈ ਤੇ ਐਂਟੀਪਾਇਰੇਟਿਕ ਵੀ ਹੈ ਕਿਉਂਕਿ ਉਹਨੂੰ ਫੀਵਰ ਲਈ ਵੀ ਯੂਜ਼ ਕੀਤੀ ਜਾਂਦੀ ਹੈ। ਹੁਣ ਇਹਦੇ ਯੂਜ਼ਸ ਕੀ ਆ ਏਐਸਏ ਦੇ? ਇਹ ਪ੍ਰੀਵੈਂਟ ਕਰਨ ਲਈ ਯੂਜ਼ ਕੀਤੀ ਜਾਂਦੀ ਹੈ ਮਾਇਓਕਾਰਡੀਅਲ ਇਨਫੈਕਸ਼ਨ ਨੂੰ ਤੇ TIAs ਨੂੰ ਪ੍ਰੀਵੈਂਟ ਕਰਨ ਲਈ ਯੂਜ਼ ਕੀਤੀ ਜਾਂਦੀ ਹੈ ਤੇ ਸਟ੍ਰੋਕ ਨੂੰ ਤੇ ਜਾਂ ਫਿਰ ਜਿਹੜੇ ਮਾਇਓਕਾਰਡੀਅਲ ਇਨਫੈਕਸ਼ਨ ਜੇ ਇੱਕ ਵਾਰੀ ਹੋ ਜਾਂਦਾ ਤੇ ਉਹਦੀ ਰੀਓਕਰੈਂਸ ਨੂੰ ਪ੍ਰੀਵੈਂਟ ਕਰਨ ਲਈ ਵੀ ਯੂਜ਼ ਕੀਤੀ ਜਾਂਦੀ ਹੈ ਤੇ TIAs ਦੀ ਵੀ ਰੀਓਕਰੈਂਸ ਨੂੰ ਪ੍ਰੀਵੈਂਟ ਕਰਨ ਲਈ ਯੂਜ਼ ਕੀਤੀ ਜਾਂਦੀ ਹੈ। ਕੰਟਰਾਇੰਡੀਕੇਸ਼ਨਸ ਕਿਹੜੀਆਂ ਕੰਡੀਸ਼ਨਸ ਦੇ ਵਿੱਚ ਆਪਾਂ ASA ਨਹੀਂ ਯੂਜ਼ ਕਰ ਸਕਦੇ? ਜੇ ਕਲਾਇੰਟ ਨੂੰ ਗ੍ਰੈਨੂਲੋਸਾਈਟੋਸਿਸ ਆ, ਗ੍ਰੈਨੂਲੋਸਾਈਟੋਸਿਸ ਕੀ ਹੁੰਦਾ? ਜਿਹੜਾ ਹੈਗਾ ਲੋ ਲੈਵਲਸ ਹੁੰਦੇ ਆ WBCs ਦੇ, ਇਹਦੇ ਵਿੱਚ ਨਹੀਂ ਆਪਾਂ ਯੂਜ਼ ਕਰ ਸਕਦੇ। ਜੇ ਕਲਾਇੰਟ ਨੂੰ ਬਲੱਡ ਡਿਸਆਰਡਰ ਆ ਹੀਮੋਫੀਲੀਆ, ਉਹਦੇ ਵਿੱਚ ਵੀ ਨਹੀਂ ਆਪਾਂ ਇਹਨੂੰ ਯੂਜ਼ ਕਰ ਸਕਦੇ। ਇਨਕਰੀਜ਼ਡ ਜਿਹੜਾ ਹੈਗਾ ਇੰਟਰਾਕਰੇਨੀਅਲ ਪ੍ਰੈਸ਼ਰ ਆ, ਫਿਰ ਨਹੀਂ ਯੂਜ਼ ਕੀਤਾ ਜਾ ਸਕਦਾ। ਇੰਟਰਾਕਰੇਨੀਅਲ ਬਲੀਡ ਆ ਜਾਂ ਅਪਰ GI ਬਲੀਡ ਆ, ਉਹਦੇ ਵਿੱਚ ਵੀ ਨਹੀਂ ਆਪਾਂ ਇਹਨੂੰ ਯੂਜ਼ ਕਰ ਸਕਦੇ ਹੈਗੇ। ਫਿਰ ਇਹਦੀਆਂ ਡੋਸਿਸ ਕੀ ਹੁੰਦੀਆਂ? ਜਿਹੜੀਆਂ ਅਡਲਟ ਡੋਸਿਸ ਹੁੰਦੀਆਂ ਥ੍ਰੋਮਬੋਐम्बोलिक ਡਿਸਆਰਡਰ ਲਈ ਇਹਦੀ ਹੁੰਦੀ ਹੈ 81 ਤੋਂ 325 ਮਿਲੀਗ੍ਰਾਮ ਤੱਕ ਆਪਾਂ ਜਿਹੜੀ ਪਰ ਓਰਲ ਵਾਂਸ ਡੇਲੀ ਦੀ ਡੋਜ਼ ਹੁੰਦੀ ਹੈ। ਤੇ ਜੇ TIA ਪ੍ਰੋਫਾਈਲੈਕਸਿਸ ਲਈ ਦੇਣੀ ਆ ਫਿਰ ਯੂਜ਼ਲੀ ਜਿਹੜੇ ਡਾਕਟਰ ਹੈ ਕਿ ਉਹ ਰਿਕਮੈਂਡ ਕਰਦੇ ਆ 650 ਮਿਲੀਗ੍ਰਾਮਸ 2 ਟਾਈਮਸ ਡੇਲੀ ਪਰ ਓਰਲ। ਤੇ ਮਾਇਓਕਾਰਡੀਅਲ ਇਨਫੈਕਸ਼ਨ ਦੀ ਪ੍ਰੋਫਾਈਲੈਕਸਿਸ ਲਈ ਯੂਜ਼ਲੀ ਦਿੱਤੀ ਜਾਂਦੀ ਹੈ 80 ਤੋਂ 325 ਮਿਲੀਗ੍ਰਾਮਸ ਪਰ ਓਰਲ ਵਾਂਸ ਡੇਲੀ। ਇਹ ਇਹਦਾ ਡੋਸਿਸ ਦਾ ਸਕੈਜੂਲ ਆ ਜਿਹੜਾ ਨਾਰਮਲੀ ਰਿਕਮੈਂਡ ਕੀਤਾ ਜਾਂਦਾ। ਨਰਸਿੰਗ ਇੰਟਰਵੈਂਸ਼ਨਸ ਦੇ ਵਿੱਚ ਹੈਗਾ ਐਡਮਿਨਿਸਟਰ ਜਿਹੜੀ ASA ਆ ਐਟਲੀਸਟ 250 ml ਵਾਟਰ ਅਸੀਂ ਇਹਨੂੰ ਯੂਜ਼ ਕਰਨਾ ਜਦੋਂ ਅਸੀਂ ਇਹਨੂੰ ਐਡਮਿਨਿਸਟਰ ਕਰਨਾ ਤੇ ਮਿਲਕ ਦੇ ਨਾਲ ਅਸੀਂ ਨਹੀਂ ਦੇਣੀ ਹੁੰਦੀ ਕਿਉਂਕਿ ਮਿਲਕ ਜਿਹੜਾ ਹੈਗਾ ਇਹ ਐਬਜ਼ੌਰਪਸ਼ਨ ਵਧਾ ਦਿੰਦਾ ਮੈਡੀਕੇਸ਼ਨ ਦੀ ਨੂੰ, ਤਾਂ ਕਰਕੇ ASA should always be given with at least 250 ml of water। ਫਿਰ ਆਪਾਂ ਨੂੰ ਪਤਾ ਵੀ ਜਿਹੜੀ ASA ਇਹ ਇੰਟੈਰੀਕੋਟਡ ਹੁੰਦੀ ਹੈ ਤਾਂ ਕਰਕੇ ਅਸੀਂ ਇਹਨੂੰ ਕ੍ਰਸ਼ ਵੀ ਨਹੀਂ ਕਰ ਸਕਦੇ ਤੇ ਨਾ ਹੀ ਇਹਨੂੰ ਚਿਊ ਕੀਤਾ ਜਾ ਸਕਦਾ ਤੇ ਪੇਸ਼ੈਂਟ ਨੂੰ ਅਸੀਂ ਕਹਿਣਾ ਵੀ ਇਹਨੂੰ ਐਜ਼ ਅ ਹੋਲ ਮੈਡੀਕੇਸ਼ਨ ਜਿਹੜੀ ਹੈਗੀ ਆ ਉਹਨੂੰ ਸਵਾਲੋ ਕਰਨਾ ਪੈਂਦਾ। ਤੇ ਫਿਰ ਜਿਹੜੀ ASA ਆ ਇਹ ਟੌਕਸਿਸਿਟੀ ਵੀ ਕਰ ਦਿੰਦੀ ਹੈ ਅਡਲਟਸ ਵਿੱਚ ਵੀ ਤੇ ਚਿਲਡਰਨ ਵਿੱਚ ਵੀ। ਜੇ ਤਾਂ ਅਡਲਟਸ ਟੌਕਸਿਸਿਟੀ ਕਰਦੀ ਹੈ ਉਹਦੇ ਮੇਨਲੀ ਸਿੰਪਟਮ ਹੁੰਦੇ ਆ ਜਿਵੇਂ ਹੋ ਗਿਆ ਵੀ ਹੀਅਰਿੰਗ ਜਿਹੜੀ ਹੈਗੀ ਆ ਘਟ ਜਾਂਦੀ ਹੈ ਪੇਸ਼ੈਂਟ ਦੀ, ਟਿਨਾਈਟਸ ਹੋ ਜਾਂਦਾ ਪੇਸ਼ੈਂਟ ਨੂੰ ਤੇ ਜਾਂ ਫਿਰ ਪੇਸ਼ੈਂਟ ਨੂੰ ਜਿਹੜੀ ਫੀਲਿੰਗ ਆਫ ਫੁੱਲਨੈਸ ਹੋ ਜਾਂਦੀ ਹੈ ਈਅਰਸ ਦੇ ਵਿੱਚ। ਤੇ ਚਿਲਡਰਨ ਦੇ ਵਿੱਚ ਇਹ ਬਿਹੇਵੀਅਰਲ ਚੇਂਜਸ ਲਿਆ ਸਕਦੀ ਹੈ ਜਦੋਂ ਟੌਕਸਿਸਿਟੀ ਹੋ ਜਾਂਦੀ ਹੈ, ਮੈਂਟਲ ਕਨਫਿਊਜ਼ਨ ਹੋ ਗਿਆ, ਲੈਥਾਰਜੀ ਹੋ ਗਈ, ਡਰਾਊਸੀਨੈਸ ਹੋ ਗਿਆ ਤੇ ਜਾਂ ਫਿਰ ਹਾਈਪਰ ਵੈਂਟੀਲੇਸ਼ਨ ਹੋ ਜਾਂਦਾ ਇਹਦੇ ਨਾਲ। ਸੋ ਤਾਂ ਕਰਕੇ ਸਾਨੂੰ ਇਸ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਟੌਕਸਿਸਿਟੀ ਦਾ ਜਦੋਂ ਅਸੀਂ ਪੇਸ਼ੈਂਟ ਨੂੰ ASA ਐਡਮਿਨਿਸਟਰ ਕਰ ਰਹੇ ਹੁੰਦੇ ਹਾਂ ਅਡਲਟਸ ਵਿੱਚ ਵੀ ਤੇ ਚਿਲਡਰਨ ਵਿੱਚ ਵੀ। ਸੋ ਫਾਰ ਅਸੀਂ ਕੀ ਲਰਨ ਕੀਤਾ? ਅਸੀਂ ਜਿਹੜੀਆਂ ਹੈਗੀਆਂ ASA ਆ ਇਹਦੀ ਜਿਹੜੀ ਕਲਾਸੀਫਿਕੇਸ਼ਨ ਆ ਸਾਨੂੰ ਪਤਾ ਵੀ ਇਹ ਐਂਟੀਪਲੇਟਲੈਟ ਵੀ ਆ, ਨੌਨ ਨਾਰਕੋਟਿਕ ਅਨਾਲਜੈਸਿਕ ਵੀ ਹੁੰਦੀ ਆ ਤੇ ਪਲੱਸ ਜਿਹੜੀ ਹੈਗੀ ਆ ਪਾਇਰੇਟਿਕ ਵੀ ਆ। ਮਾਇਓਕਾਰਡੀਅਲ ਇਨਫੈਕਸ਼ਨ ਨੂੰ ਪ੍ਰੀਵੈਂਟ ਕਰਨ ਲਈ ਕੀਤੀ ਹੁੰਦੀ ਹੈ। TIAs ਨੂੰ ਸਟ੍ਰੋਕ ਨੂੰ ਪ੍ਰੀਵੈਂਟ ਕਰਨ ਵਾਸਤੇ ਅਸੀਂ ਦਿੰਦੇ ਹਾਂ, ਹੈ ਨਾ। ਫਿਰ ਉਸ ਤੋਂ ਬਾਅਦ ਗ੍ਰੈਨੂਲੋਸਾਈਟੋਸਿਸ ਤੁਹਾਨੂੰ ਯਾਦ ਰੱਖਣਾ ਪੈਣਾ ਕਿ ਲੋ WBC ਹੁੰਦੇ ਆ ਇਹਦੇ ਵਿੱਚ ਆਪਾਂ ਦੇ ਨਹੀਂ ਸਕਦੇ ਇਹ ਡਰੱਗ, ਹੀਮੋਫੀਲੀਆ 'ਚ ਨਹੀਂ ਦੇ ਸਕਦੇ ਤੇ ਹੋਰ ਕਿਸੇ ਤਰ੍ਹਾਂ ਦੀ ਜਿਹੜੀ ਬਲੀਡਿੰਗ ਆਪਾਂ ਇੱਥੇ ਲਿਖੀ ਹੋਈ ਹੈ ਇਹਨਾਂ ਵਿੱਚ ਵੀ ਨਹੀਂ ਆਪਾਂ ਦਿੰਦੇ। ਡੋਸਿਸ ਤੁਸੀਂ ਇੱਥੋਂ ਦੇਖ ਕੇ ਯਾਦ ਕਰ ਲੈਣਾ ਕਿ ਨਾਰਮਲੀ ਲਾਈਕ ਵਧੀਆ ਹੁੰਦਾ ਜੇ ਸਾਨੂੰ ਡੋਸਿਸ ਨਾਰਮਲੀ ਰਿਕਮੈਂਡਡ ਡੋਜ਼ ਯਾਦ ਆ, ਅਦਰਵਾਈਜ਼ ਡਾਕਟਰ ਨੇ ਪ੍ਰਸਕ੍ਰਾਈਬ ਕਰਨੀ ਹੁੰਦੀ ਹੈ ਪਰ ਸਟਿਲ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੀ ਕੁ ਨਾਰਮਲੀ ਜਿਹੜੀ ਡੋਜ਼ ਇਹਦੀ ਯੂਜ਼ ਕੀਤੀ ਜਾਂਦੀ ਹੈ। ਤੇ ਫਿਰ ਆ ਵੀ ਯਾਦ ਰੱਖਣਾ ਪੈਣਾ ਸਾਨੂੰ ਵੀ ਕ੍ਰਸ਼ ਨਹੀਂ ਕਰ ਸਕਦੇ ਕਿਉਂਕਿ ਇੰਟੈਰੀਕੋਟਡ ਆ, ਚਿਊ ਨਹੀਂ ਕਰ ਸਕਦੇ, ਮਿਲਕ ਨਾਲ ਨਹੀਂ ਅਸੀਂ ਇਹਨੂੰ ਐਡਮਿਨਿਸਟਰ ਕਰ ਸਕਦੇ। ਤੇ ਫਿਰ ਜਿਹੜੇ ਟੌਕਸਿਸਿਟੀ ਦੇ ਸਿੰਪਟਮਸ ਆ ਜਿਹੜੇ ਅਡਲਟਸ ਵਿੱਚ ਆ ਉਹ ਤਾਂ ਮੋਸਟਲੀ ਈਅਰਸ ਨਾਲ ਰਿਲੇਟਡ ਹੈਗੇ ਆ ਤੇ ਚਿਲਡਰਨ ਦੇ ਵਿੱਚ ਜਿਹੜੇ ਸਿੰਪਟਮ ਆ ਉਹ ਮੈਂਟਲ ਕਨਫਿਊਜ਼ਨ ਤੇ ਲੈਥਾਰਜੀਨੈਸ ਨਾਲ ਰਿਲੇਟਡ ਆ ਤੇ ਹਾਈਪਰ ਵੈਂਟੀਲੇਸ਼ਨ ਨਾਲ। ਕਲੋਪੀਡੋਗ੍ਰਿਲ ਦੀ ਜਿਹੜੀ ਕੈਟੇਗਰੀ ਆ ਇਹ ਵੀ ਐਂਟੀਪਲੇਟਲੈਟ ਕੈਟੇਗਰੀ 'ਚ ਹੀ ਆਉਂਦੀ ਹੈ। ਇਹ ਪਲੇਟਲੈਟ ਜਿਹੜੀ ਬਲੀਡਿੰਗ ਟਾਈਮ ਨੂੰ ਤਾਂ ਪ੍ਰੋਲੋਂਗ ਕਰ ਦਿੰਦੀ ਆ, ਵਧਾਉਂਦੀ ਆ ਤੇ ਜਿਹੜੀ ਪਲੇਟਲੈਟ ਦੀ ਐਗਰੀਗੇਸ਼ਨ ਹੁੰਦੀ ਆ ਉਹਨਾਂ ਨੂੰ ਘਟਾ ਦਿੰਦੀ ਆ। ਤੇ ਇਹ ਕਿੱਥੇ ਯੂਜ਼ ਕੀਤੀ ਜਾਂਦੀ ਹੈ? ਇਹ ਵੀ ਸਟ੍ਰੋਕ ਦੀ ਪ੍ਰੀਵੈਂਸ਼ਨ ਲਈ ਵੀ ਯੂਜ਼ ਕੀਤੀ ਜਾਂਦੀ ਹੈ, ਮਾਇਓਕਾਰਡੀਅਲ ਇਨਫੈਕਸ਼ਨ ਤੇ ਐਕਿਊਟ ਕੋਰੋਨਰੀ ਸਿੰਡਰੋਮ 'ਚ ਯੂਜ਼ ਕੀਤੀ ਜਾਂਦੀ ਹੈ ਕਲੋਪੀਡੋਗ੍ਰਿਲ। ਕਿਹੜੀਆਂ ਕੰਡੀਸ਼ਨਸ ਦੇ ਵਿੱਚ ਅਸੀਂ ਪੇਸ਼ੈਂਟ ਨੂੰ ਜਿਹੜੀ ਹੈਗੀ ਆ ਕਲੋਪੀਡੋਗ੍ਰਿਲ ਡਰੱਗ ਨਹੀਂ ਦੇ ਸਕਦੇ? ਪੈਪਟਿਕ ਅਲਸਰ ਡਿਸੀਜ਼ 'ਚ ਨਹੀਂ ਦੇ ਸਕਦੇ ਸੀ ਕਿਉਂਕਿ ਬਲੀਡਿੰਗ ਦਾ ਰਿਸਕ ਹੁੰਦਾ, ਜਾਂ ਪੇਸ਼ੈਂਟ ਨੂੰ ਹਾਈਪਰ ਸੈਂਸਿਟੀਵਿਟੀ ਹੈ ਟੂਵਰਡਸ ਕਲੋਪੀਡੋਗ੍ਰਿਲ ਤਾਂ ਵੀ ਨਹੀਂ ਆਪਾਂ ਦੇਵਾਂਗੇ ਇਹ ਡਰੱਗ। ਤੇ ਕੋਈ ਇੰਟਰਾ ਜਿਹੜੀ ਹੈਗੀ ਹੈ ਕਰੀਨੀਅਲ ਬਲੀਡ ਹੈ ਇਹ ਨਹੀਂ। ਇੱਕ ਇਹਦੇ ਪਰ ਕਲੋਪੀਡੋਗ੍ਰਿਲ ਬਾਰੇ ਆਪਾਂ ਇਹ ਵੀ ਗੱਲ ਯਾਦ ਰੱਖਣੀ ਹੁੰਦੀ ਹੈ
ਕਿ ਜਿਹੜੀ ਕਲੋਪੀਡੋਗ੍ਰਿਲ ਹੈ, ਜੇ ਪੇਸ਼ੈਂਟ ਨੂੰ ਕੋਈ ਸਕੈਜੂਅਲ ਆ ਪੇਸ਼ੈਂਟ ਦੀ ਲਾਈਕ ਇਲੈਕਟਿਵ ਸਰਜਰੀ ਹੋਣ ਜਾ ਰਹੀ ਹੈ, ਪਹਿਲਾਂ ਪਲਾਨ ਕੀਤੀ ਹੋਈ ਹੈ ਸਰਜਰੀ, ਠੀਕ ਹੈ, ਤੇ ਫਿਰ ਉਸ ਤੋਂ ਉਦੋਂ ਆਪਾਂ ਡਾਕਟਰ ਨਾਲ ਗੱਲ ਕਰਨੀ ਹੁੰਦੀ ਹੈ ਵੀ ਜੇ ਪੇਸ਼ੈਂਟ ਕਲੋਪੀਡੋਗ੍ਰਿਲ ਲੈ ਰਿਹਾ ਤਾਂ ਐਟਲੀਸਟ 5 ਡੇਜ਼ ਪਹਿਲਾਂ ਕਰ ਦਿੰਦੇ ਆ ਨਾਰਮਲੀ ਇਹਨੂੰ ਡਿਸਕੰਟੀਨਿਊ। ਸੋ ਅਸੀਂ ਇਸ ਚੀਜ਼ ਲਈ ਵਾਚ ਕਰਨਾ ਹੁੰਦਾ ਤੇ ਐਕਸ਼ਨ ਲੈਣਾ ਹੁੰਦਾ ਜੇ ਪੇਸ਼ੈਂਟ ਲੈ ਰਿਹਾ ਕਲੋਪੀਡੋਗ੍ਰਿਲ ਤੇ ਸਰਜਰੀ ਲਈ ਸਕੈਜੂਅਲ ਆ। ਉਸ ਤੋਂ ਬਾਅਦ ਇਹਦੀ ਡੋਸੇਜ਼ ਆ। ਡੋਜ਼ ਜਿਹੜੀ ਨਾਰਮਲੀ ਡਾਕਟਰ ਪ੍ਰਿਸਕ੍ਰਾਈਬ ਕਰਦੇ ਆ ਉਹ 75 ਮਿਲੀਗ੍ਰਾਮ ਪਰ ਓਰਲ ਵਾਂਸ ਡੇਲੀ ਹੁੰਦੀ ਹੈ ਇਹਦੀ। ਪਰ ਜੇ ਪੇਸ਼ੈਂਟ ਨੂੰ ਅਕਿਊਟ ਕੋਰੋਨਰੀ ਸਿੰਡਰੋਮ ਆ ਜਿਹੜਾ ਕਿ ਹੈਗਾ ਨਾਨ ਐਸਟੀ ਐਲੀਵੇਸ਼ਨ ਦੇ ਨਾਲ ਆ, ਤਾਂ ਉਦੋਂ ਨਾ ਫਿਰ ਇਹਦੀ 300 ਮਿਲੀਗ੍ਰਾਮ ਆਪਾਂ ਲੋਡਿੰਗ ਡੋਜ਼ ਦੇ ਦਿੰਦੇ ਆ ਤੇ ਲੋਡਿੰਗ ਡੋਜ਼ ਤੋਂ ਮਗਰੋਂ ਫਿਰ ਬਾਅਦ 'ਚ ਜਿਹੜੀ ਹੈਗੀ ਆ 75 ਮਿਲੀਗ੍ਰਾਮ ਜਿਹੜੀ ਹੈਗੀ ਆ ਉਹ ਮੇਨਟੇਨੈਂਸ ਡੋਜ਼ ਤੇ ਸਟਾਰਟ ਕੀਤਾ ਜਾਂਦਾ। ਪਰ ਜਿਹੜੀ 300 ਆ ਉਹ ਸਿਰਫ ਲੋਡਿੰਗ ਡੋਜ਼ ਹੀ ਹੁੰਦੀ ਹੈ, ਵਨ ਟਾਈਮ ਡੋਜ਼। ਬਾਅਦ 'ਚ ਫਿਰ 75 ਤੇ ਸਟਾਰਟ ਕਰਦੇ ਆਪਾਂ। ਨਰਸਿੰਗ ਇੰਟਰਵੈਂਸ਼ਨਸ 'ਚ ਇਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੁੰਦੀ ਆ, ਆਫ ਕੋਰਸ ਬਲੀਡਿੰਗ ਲਈ ਤਾਂ ਆਪਾਂ ਪੇਸ਼ੈਂਟ ਨੂੰ ਮੋਨੀਟਰ ਕਰਨਾ ਹੁੰਦਾ, ਠੀਕ ਹੈ, ਜਿਵੇਂ ਹੈਮੇਚੂਰੀਆ ਹੋ ਗਿਆ, ਮਲੀਨਾ ਹੋ ਗਿਆ, ਐਪੀਸਟੈਕਸਿਸ ਹੋ ਗਿਆ ਤੇ ਹੀਮੋਪਟਾਈਸਿਸ ਹੋ ਗਿਆ। ਪਰ ਹੁਣ ਇਹਦੇ ਵਿੱਚ ਬਲੀਡਿੰਗ ਦੇ ਨਾਲ ਨਾਲ ਅਸੀਂ ਪੇਸ਼ੈਂਟ ਨੂੰ ਕਹਿਣਾ ਵੀ ਕੋਈ ਵੀ ਜਿਹੜੀ ਓਵਰ ਦਾ ਕਾਊਂਟਰ ਜਿਹੜੀਆਂ ਐਸਿਡ ਨੂੰ ਰਿਡਿਊਸ ਕਰਨ ਵਾਲੀਆਂ ਡਰੱਗਸ ਆ ਉਹ ਨਹੀਂ ਲੈਣੀਆਂ ਗੀਆਂ, ਕਿਉਂਕਿ ਇਹ ਇੰਟਰੈਕਟ ਕਰਦੀਆਂ ਕਲੋਪੀਡੋਗ੍ਰਿਲ ਦੇ ਨਾਲ। ਤੇ ਪੇਸ਼ੈਂਟ ਨਾਨ ਸਟੀਰੋਇਡਲ ਐਂਟੀ ਇਨਫਲੇਮੇਟਰੀ ਡਰੱਗਸ ਵੀ ਨਹੀਂ ਲੈ ਸਕਦਾ ਤੇ ਨਾ ਹੀ ਪੇਸ਼ੈਂਟ ASA ਲੈ ਸਕਦਾ, ਕਿਉਂਕਿ ਇਹ ਫਿਰ ਬਲੀਡਿੰਗ ਦੇ ਰਿਸਕ ਨੂੰ ਵਧਾ ਦੇਣਗੀਆਂ। ਸੋ ਪੇਸ਼ੈਂਟ ਨੂੰ ਅਸੀਂ ਕਹਿਣਾ ਵੀ ਜੇ ਇਹਨਾਂ ਵਿੱਚੋਂ ਕੋਈ ਵੀ ਡਰੱਗ ਹੈਗੀ ਜਿਹੜੀ ਉਹਦੀ ਲੋੜ ਹੈਗੀ ਆ ਤਾਂ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੋਂ ਬਿਨਾਂ ਨਹੀਂ, ਉਹਦੇ ਨਾਲ ਕੰਸਲਟ ਕੀਤੇ ਤੋਂ ਬਿਨਾਂ ਆਪਾਂ ਨਹੀਂ ਲੈਣੀਆਂ ਇਹ ਡਰੱਗਸ। ਤੇ ਫਿਰ ਉਸ ਤੋਂ ਬਾਅਦ ਅਸੀਂ ਜਦੋਂ ਬਲੱਡ ਵਰਕ ਕੀ ਮੋਨੀਟਰ ਕਰਨਾ ਹੁੰਦਾ ਜਦੋਂ ਕਲੋਪੀਡੋਗ੍ਰਿਲ ਦੇ ਰਹੇ ਹੁੰਦੇ ਆ, ਇੱਕ ਤਾਂ ਸਾਨੂੰ ਪਲੇਟਲੇਟ ਜਿਹੜੇ ਕਾਊਂਟ ਹੈਗੇ ਆ ਉਹ ਮੋਨੀਟਰ ਕਰਨੇ ਪੈਂਦੇ ਇਹਦੇ ਵਿੱਚ, ਤੇ ਇੱਕ ਜਿਹੜਾ ਲਿਪਿਡ ਪ੍ਰੋਫਾਈਲ ਹੈ ਪੇਸ਼ੈਂਟ ਦਾ ਉਹਨੂੰ ਅਸੀਂ ਕਲੋਜ਼ਲੀ ਮੋਨੀਟਰ ਕਰਨਾ ਹੁੰਦਾ ਜਦੋਂ ਅਸੀਂ ਕਲੋਪੀਡੋਗ੍ਰਿਲ ਦੇ ਰਹੇ ਹੁੰਦੇ ਹਾਂ। ਸੋ ਇਹਦੇ ਵਿੱਚ ਕੀ ਕੀ ਚੀਜ਼ਾਂ ਯਾਦ ਰੱਖਣ ਵਾਲੀਆਂ, ਕਲਾਸੀਫਿਕੇਸ਼ਨ ਆਪਾਂ ਨੂੰ ਪਤਾ ਵੀ ਐਂਟੀਪਲੇਟਲੈਟ ਆ, ਈਜ਼ੀ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਸਟ੍ਰੋਕ ਹੋ ਗਿਆ, ਮਾਇਓਕਾਰਡੀਅਲ ਇਨਫੈਕਸ਼ਨ ਤੇ ਕੋਈ ਕੋਰੋਨਰੀ ਸਿੰਡਰੋਮ 'ਚ ਯੂਜ਼ ਹੁੰਦੀ ਆ, ਤੇ ਕਾਉਂਟਰਾਇੰਡੀਕੇਸ਼ਨਸ ਦੇਖ ਲੈਣੀਆਂ ਇਹਦੀਆਂ ਵੀ ਹਾਈਪਰ ਸੈਂਸਿਟੀਵਿਟੀ ਆ, ਕੋਈ ਬਲੀਡਿੰਗ ਡਿਸਆਰਡਰ ਆ, ਪੈਪਟਿਕ ਅਲਸਰ ਡਿਸੀਜ਼ ਹੋ ਗਿਆ, ਇਹਦੇ ਵਿੱਚ ਨਹੀਂ ਦੇਣੀ। ਤੇ 5 ਦਿਨ ਘੱਟੋ ਘੱਟ, ਕਈ ਵਾਰੀ 7 ਡੇਜ਼ ਵੀ ਕਰ ਦਿੰਦੇ ਆ, ਪਰ ਮੋਸਟਲੀ 5 ਡੇਜ਼ ਤਾਂ ਐਟਲੀਸਟ ਪਹਿਲਾਂ ਸਾਨੂੰ ਇਹ ਡਿਸਕੰਟੀਨਿਊ ਕਰਨੀ ਪੈਂਦੀ ਹੈ ਸਰਜਰੀ ਤੋਂ, ਜੇ ਇਲੈਕਟਿਵ ਸਰਜਰੀ ਹੈ। ਤੇ ਡੋਜ਼ ਇਹਦੀ ਆਪਾਂ ਨੂੰ ਪਤਾ ਵੀ 75 ਮਿਲੀਗ੍ਰਾਮ ਹੁੰਦੀ ਹੈ, ਜੇ ਲੋਡਿੰਗ ਡੋਜ਼ ਦਿੰਦੇ ਆ ਤਾਂ 300 ਮਿਲੀਗ੍ਰਾਮ ਦੇ ਕੇ ਉਸ ਤੋਂ ਬਾਅਦ ਫਿਰ 75 ਦੀ ਦਿੱਤੀ ਜਾਂਦੀ ਹੈ ਮੇਨਟੇਨੈਂਸ ਡੋਜ਼। ਤੇ ਫਿਰ ਐਸਿਡ ਰਿਡਿਊਸਿੰਗ ਡਰੱਗਸ ਨਹੀਂ ਲੈਣੀਆਂ, ਨਾਨ ਸਟੀਰੋਇਡਲ ਡਰੱਗਸ ਨਹੀਂ ਲੈਣੀਆਂ, ਬਲੀਡਿੰਗ ਦਾ ਰਿਸਕ ਵਧਾਉਣਗੀਆਂ, ASA ਨਹੀਂ ਲੈਣੀ ਆਪਾਂ। ਲਿਪਿਡ ਪ੍ਰੋਫਾਈਲ ਤੇ ਜਿਹੜੀ ਹੈਗੀ ਪਲੇਟਲੇਟ ਕਾਊਂਟ ਇਹਨੂੰ ਆਪਾਂ ਮੋਨੀਟਰ ਕਰਨਾ ਕਲੋਜ਼ਲੀ। ਉਸ ਤੋਂ ਬਾਅਦ ਆਪਣੇ ਕੋਲ ਆ ਗਈ ਏਬਸੇਕਸਾਮੇਬ। ਇਹਦੀ ਜਿਹੜੀ ਕੈਟੇਗਰੀ ਹੈ ਡਰੱਗ ਦੀ, ਇਹ ਵੀ ਐਂਟੀਪਲੇਟਲੇਟ ਹੀ ਹੈ ਤੇ ਕਲੋਪੀਡੋਗ੍ਰਿਲ ਵਾਂਗੂ ਇਹ ਵੀ ਜਿਹੜੀ ਹੈਗੀ ਆ ਪਲੇਟਲੇਟ ਪ੍ਰੋਲੋਂਗ ਕਰਦੀ ਹੈ ਬਲੀਡਿੰਗ ਟਾਈਮ ਨੂੰ, ਤੇ ਨਾਲ ਦੀ ਨਾਲ ਜਿਹੜੀ ਪਲੇਟਲੇਟ ਦੀ ਐਗਰੀਗੇਸ਼ਨ ਉਹਨੂੰ ਘਟਾਉਂਦੀ ਹੈ। ਇਹ ਜਿਹੜੀ ਯੂਜ਼ ਕੀਤੀ ਜਾਂਦੀ ਹੈ ਡਰੱਗ, ਇਹ PTCA ਵਿੱਚ ਇਨਫਿਊਜ਼ ਕੀਤੀ ਜਾਂਦੀ ਹੈ ਡਿਊਰਿੰਗ PTCA ਤੇ ਬਾਅਦ ਚ ਵੀ ਪ੍ਰੋਸੀਜਰ ਤੋਂ ਬਾਅਦ ਵਿੱਚ ਵੀ 12 ਆਵਰਸ ਲਈ ਇਹ ਦਿੱਤੀ ਜਾਂਦੀ ਹੈ ਡਰੱਗ। ਤੇ ਕਿਹੜੀਆਂ ਕੰਡੀਸ਼ਨਸ 'ਚ ਆਪਾਂ ਇਹ ਨਹੀਂ ਦੇ ਸਕਦੇ ਮੈਡੀਕੇਸ਼ਨ, ਇੱਕ ਤਾਂ ਜੇ ਪੇਸ਼ੈਂਟ ਦੇ GI ਬਲੀਡ ਹੋ ਕੇ ਹਟਿਆ ਲਾਸਟ 6 ਵੀਕਸ ਦੇ ਵਿੱਚ, ਇਹ ਨਹੀਂ ਰਿਕਮੈਂਡ ਕੀਤੀ ਜਾਂਦੀ। ਜੇ ਕੋਈ ਮੇਜਰ ਜਿਹੜੀ ਹੈਗੀ ਆ ਸਰਜਰੀ ਹੋਈ ਹੈ ਜਾਂ ਟਰੋਮਾ ਹੋਇਆ ਫਿਰ ਵੀ ਨਹੀਂ ਆਪਾਂ ਦੇ ਸਕਦੇ। ਤੇ ਕੋਈ ਐਕਟਿਵ ਇੰਟਰਨਲ ਬਲੀਡਿੰਗ ਹੋ ਰਹੀ ਹੈ ਫਿਰ ਨਹੀਂ ਦਿੱਤੀ ਜਾ ਸਕਦੀ ਇਹ ਡਰੱਗ, ਕਾਊਂਟਰ ਇੰਡੀਕੇਟਡ ਹੁੰਦੀ ਹੈ। ਪੇਸ਼ੈਂਟ ਨੂੰ ਜੇ CVA ਹੋ ਕੇ ਹਟਿਆ ਲਾਸਟ 2 ਈਅਰਸ ਦੇ ਵਿੱਚ ਫਿਰ ਵੀ ਕਾਊਂਟਰ ਇੰਡੀਕੇਟਡ ਆ, ਤੇ ਜਾਂ ਫਿਰ ਜੇ ਪੇਸ਼ੈਂਟ ਨੂੰ ਸੀਵੀਅਰ ਹਾਈਪਰਟੈਂਸ਼ਨ ਆ ਉਦੋਂ ਵੀ ਆਪਾਂ ਇਹ ਡਰੱਗ ਨਹੀਂ ਯੂਜ਼ ਕਰ ਸਕਦੇ। ਅੱਗੇ ਦੀ ਡੋਜ਼ ਆ, ਡੋਜ਼ ਜਿਹੜੀ ਹੈਗੀ ਆ ਇਹ ਆਪਾਂ ਨੂੰ ਪਤਾ ਹੀ ਆ ਵੀ ਇੰਟਰਾਵੀਨਸਲੀ ਦਿੱਤੀ ਜਾਂਦੀ ਹੈ ਇਹ ਡਰੱਗ, ਤੇ ਜਿਹੜੀ ਇਹਦੀ ਡੋਜ਼ ਹੈਗੀ ਆ ਉਹ 0.25 ਮਿਲੀਗ੍ਰਾਮ ਜਿਹੜਾ ਹੈਗਾ ਪਰ ਕਿਲੋਗ੍ਰਾਮ ਜਿਹੜਾ ਬੋਲੋਸ ਦਿੱਤਾ ਜਾਂਦਾ 10 to 60 ਮਿੰਟ ਤੇ ਇਹ ਉਹਦੇ ਤੋਂ ਪਹਿਲਾਂ PTCA ਤੋਂ ਪਹਿਲਾਂ ਦਿੱਤਾ ਜਾਂਦਾ, ਤੇ ਉਸ ਤੋਂ ਬਾਅਦ ਮੇਨਟੇਨੈਂਸ ਜਿਹੜੀ ਡੋਜ਼ ਆ ਉਹ ਹੁੰਦੀ ਹੈ 0.125 mcg ਪਰ ਕਿਲੋਗ੍ਰਾਮ ਪਰ ਮਿੰਟ ਦਿੱਤੀ ਜਾਂਦੀ ਹੈ। ਮੇਨਟੇਨੈਂਸ ਡੋਜ਼ ਐਟਲੀਸਟ ਫॉर ਨੈਕਸਟ 12 ਆਵਰਸ। ਉਸ ਤੋਂ ਬਾਅਦ ਇਹਦੀਆਂ ਨਰਸਿੰਗ ਇੰਟਰਵੈਂਸ਼ਨਸ ਆ, ਇਹਦੇ ਵਿੱਚ ਅਸੀਂ ਧਿਆਨ ਰੱਖਣਾ ਹੁੰਦਾ ਕਿ ਜੇ ਪੇਸ਼ੈਂਟ ਦੇ ਸਾਨੂੰ ਕੋਈ ਵੀ ਬਲੀਡਿੰਗ ਦਾ ਜਿਹੜਾ ਹੈਗਾ ਸਿੰਪਟਮ ਨੋਟ ਕਰਦੇ ਹਾਂ ਅਸੀਂ, ਹੈਮੇਚੂਰੀਆ ਹੋ ਗਿਆ ਜਿਵੇਂ ਬਲੱਡ ਇਨ ਉਹਦੇ 'ਚ ਹੁੰਦਾ, ਯੂਰਿਨ 'ਚ ਹੋ ਗਿਆ, ਫਿਰ ਐਪੀਸਟੈਕਸਿਸ ਹੋ ਗਿਆ, ਨੋਜ਼ ਬਲੀਡ ਹੈ, ਤੇ ਉਸ ਤੋਂ ਬਾਅਦ ਮੈਲੀਨਾ ਹੋ ਗਿਆ, ਬਲੱਡ ਇਨ ਸਟੂਲਸ ਹੋ ਗਿਆ, ਤੇ ਆਪਣਾ ਹੈਗਾ ਜਾਂ ਹੋਰ ਕੋਈ ਵੀ ਬਲੀਡਿੰਗ ਦਾ ਜਿਹੜਾ ਅਸੀਂ ਸਿੰਪਟਮ ਨੋਟ ਕਰਦੇ ਹਾਂ ਤਾਂ ਇਮੀਡੀਏਟਲੀ ਅਸੀਂ ਇਨਫਿਊਜ਼ਨ ਨੂੰ ਸਟਾਪ ਕਰਨਾ ਹੁੰਦਾ ਤੇ ਫਿਜ਼ੀਸ਼ੀਅਨ ਨੂੰ ਨੋਟੀਫਾਈ ਕਰਨਾ ਹੁੰਦਾ। ਉਸ ਤੋਂ ਬਾਅਦ ਅਸੀਂ ਬਲੱਡ ਲੈਵਲਸ ਮੋਨੀਟਰ ਕਰਨੇ ਆ,
ਮੈਂ ਪੀਟੀਟੀ ਦੇ ਮੋਨੀਟਰ ਕਰਾਂਗੇ ਤੇ ਪੀਟੀ ਮੋਨੀਟਰ ਕਰਾਂਗੇ। ਐਵਰੀ 4 ਆਵਰਸ ਆਪਾਂ ਬਲੱਡ ਸੈਂਪਲ ਲੈਂਦੇ ਹਾਂ ਐਟ ਲੀਸਟ, ਜਿਹੜਾ ਹੈਗਾ ਜਦੋਂ ਤੱਕ ਆਪਾਂ ਇਹ ਥੈਰੇਪੀ ਨੂੰ ਇਨਫਿਊਜ਼ ਕਰਦੇ ਹਾਂ, ਪਰ ਫਸਟ 24 ਆਵਰਸ ਲਈ ਤਾਂ ਮੈਂਡੇਟਰੀ ਹੁੰਦਾ ਇਹ। ਫਿਰ ਅਸੀਂ ਕੋਈ ਇਨਵੈਸਿਵ ਪ੍ਰੋਸੀਜਰ ਨਹੀਂ ਕਰਨਾ ਕਲਾਇੰਟ ਦੇ, ਜੇ ਅਵੋਇਡ ਕਰ ਸਕਦੇ ਹਾਂ ਤਾਂ। ਤੇ ਕੋਈ ਇਨਵੈਸਿਵ ਜਿਹੜਾ ਹੈਗਾ ਆਪਾਂ ਯੂਜ਼ ਨਹੀਂ ਕਰਨਾ ਕੋਈ ਡਿਵਾਈਸ, ਤਾਂ ਕਿ ਬਲੀਡਿੰਗ ਦੇ ਰਿਸਕ ਨੂੰ ਘੱਟ ਕੀਤਾ ਜਾ ਸਕੇ। ਸੋ ਇਹ ਆਪਣੀਆਂ ਸਾਰੀਆਂ ਇੰਸਟਰਕਸ਼ਨਸ ਆ ACE ਬਾਰੇ, ਕਿ ਇਹ ਐਂਟੀ ਪਲੇਟਲੈਟ ਡਰੱਗ ਹੈਗੀ ਆ। ਪੀਟੀਸੀਏ 'ਚ ਡਿਊਰਿੰਗ ਪੀਟੀਸੀਏ ਯੂਜ਼ ਹੁੰਦੀ ਹੈ ਤੇ ਬਾਅਦ ਵਿੱਚ ਵੀ 12 ਆਵਰਸ ਤੱਕ ਇਹ ਕੰਟੀਨਿਊਸ ਰਹਿੰਦੀ ਆ। ਤੇ ਆਪਾਂ ਦੇ ਨਹੀਂ ਸਕਦੇ ਇਹ ਮੈਡੀਕੇਸ਼ਨ ਜੇ GI ਬਲੀਡ ਲਾਸਟ 6 ਵੀਕਸ 'ਚ ਹੋ ਕੇ ਹਟਿਆ, CVA ਲਾਸਟ 2 ਈਅਰਸ ਦੇ ਵਿੱਚ ਹੋ ਕੇ ਹਟਿਆ, ਤੇ ਜਾਂ ਫਿਰ ਐਕਟਿਵਲੀ ਪੇਸ਼ੈਂਟ ਬਲੀਡ ਕਰ ਰਿਹਾ ਤੇ ਜਾਂ ਹਾਈਪਰਟੈਂਸ਼ਨ ਆ, ਤਾਂ ਡੋਜ਼ ਇਹਦੀ ਆਪਾਂ ਲਿਖੀ ਹੋਈ ਹੈ ਇੱਥੇ 0. ਜਿਹੜੀ ਹੈਗੀ ਹੈ 25 ਮਿਲੀਗ੍ਰਾਮ ਪਰ ਕਿਲੋਗ੍ਰਾਮ ਦਾ ਪਹਿਲਾਂ ਬੋਲਸ ਡੋਜ਼ ਦਿੰਦੇ ਆਪਾਂ ਪੀਟੀਸੀਏ ਤੋਂ ਪਹਿਲਾਂ, ਤੇ ਬਾਅਦ 'ਚ ਇਹਦੀ ਮੇਨਟੇਨੈਂਸ ਡੋਜ਼ ਹੁੰਦੀ ਹੈ 0.125। ਤੇ ਉਸ ਤੋਂ ਬਾਅਦ ਬਲੀਡਿੰਗ ਦੀਆਂ ਪ੍ਰੀਕਾਸ਼ਨਸ ਹੋਣੀਆਂ ਆਪਾਂ ਨੂੰ ਧਿਆਨ ਰੱਖਣਾ, ਜੇ ਬਲੀਡਿੰਗ ਹੁੰਦੀ ਹੈ ਤਾਂ ਇਮੀਡੀਏਟਲੀ ਇਨਫਿਊਜ਼ਨ ਸਟਾਪ ਕਰਕੇ ਡਾਕਟਰ ਨੂੰ ਨੋਟੀਫਾਈ ਕਰ ਦੇਣਾ। ਪੀਟੀਟੀ ਤੇ ਜਿਹੜਾ ਹੈਗਾ ਪੀਟੀ ਆਪਾਂ ਮੋਨੀਟਰ ਕਰਨਾ ਐਟਲੀਸਟ ਐਵਰੀ 4 ਆਵਰਸ। ਸੋ ਇਹ ਆਪਣੀਆਂ ਸੀਗੀਆਂ ਐਂਟੀ ਪਲੇਟਲੈਟ ਡਰੱਗਸ। ਸੋ ਆਈ ਹੋਪ ਕਿ ਇਹ ਹੈਲਪਫੁਲ ਹੋਗਾ ਤੁਹਾਡੇ ਲਈ। ਥੈਂਕ ਯੂ।